ਗਰਮੀ ਨਾਲ ਸਕੂਲਾਂ ਦੇ ਅਤੇ ਬਾਕੀ ਜਿਹੜੇ ਪੋਰਟੇਬਲਸ ਨੇ ਉਹਨਾਂ ਦੇ ਕਲਾਸਰੂਮਸ ਦੇ ਵਿੱਚ ਸਰੀ ਦੀ ਵੱਧ ਰਹੀ ਆਬਾਦੀ ਦੇ ਮੱਦੇਨਜ਼ਰ ਇਹ 77,000 ਵਿਦਿਆਰਥੀ ਕਿਵੇਂ ਦਿਨ ਕੱਟ ਰਹੇ ਨੇ। ਕਿਹੜੇ ਅਧਿਆਪਕ ਨੇ ਜਿਹੜੇ ਆਪਣੇ ਪੱਖੇ ਨਾਲ ਲੈ ਕੇ ਆ ਸਕਦੇ ਨੇ ਜਾਂ ਹੋਰ ਇਸ ਤਰ੍ਹਾਂ ਦੇ ਕੋਈ ਇੰਤਜ਼ਾਮ ਕੀਤੇ ਗਏ ਨੇ? ਕੀ ਕੋਈ ਵਿਦਿਆਰਥੀ ਵੀ ਆਪਣਾ ਪੱਖਾ ਨਾਲ ਲੈ ਕੇ ਆ ਸਕਦਾ? ਸਾਡੀ ਡਿਮਾਂਡ ਇਹ ਸੀਗੀ ਮਿਨਿਸਟਰੀ ਆਫ ਐਜੂਕੇਸ਼ਨ ਕੋਲੋਂ, ਆਨਰੇਬਲ ਰਚਨਾ ਸਿੰਘ ਮੈਡਮ ਹੋਰਾਂ ਕੋਲੋਂ, ਕਿ ਜਿਹੜੀ ਪੋਰਟੇਬਲਸ ਦੀ ਮੂਵ ਜਾਂ ਪਰਚੇਜ਼ ਦੀ ਸਾਡੀ ਕਾਸਟ ਹੈਗੀ ਉਹ ਸਾਨੂੰ ਇੱਕ ਸੈਪਰੇਟ ਫੰਡਿੰਗ ਦੇ ਤੌਰ ਤੇ ਮਿਲਣੀ ਚਾਹੀਦੀ ਹੈ, ਕਿਉਂਕਿ ਉਹ ਸਾਡੀ ਮਜਬੂਰੀ ਆ ਉਹ ਖਰਚਾ ਕਰਨਾ। ਵਿਦਿਆਰਥੀਆਂ ਦੀ ਗਿਣਤੀ 78,000 ਨੂੰ ਸ਼ਾਇਦ ਪਾਰ ਕਰ ਜਾਏ। ਨਹੀਂ, 78,000 ਹੁਣ ਕਰੰਟ ਹੈਗੀ ਹੈ ਜੀ। ਅਸੀਂ 80,000 ਤੋਂ ਪਾਰ ਕਰ ਜਾਾਂਗੇ ਆਹ ਸਤੰਬਰ ਦੇ ਵਿੱਚ। ਉਹ ਅੱਛਾ, ਹਾਂਜੀ 78,000 ਮੌਜੂਦਾ ਹੈਗੀ ਹੈ ਜੀ। ਚਵੈਕ ਸਿਸਟਮ ਨੂੰ ਏਸੀ ਵਿੱਚ ਕਨਵਰਟ ਕਰਨਾ ਕੋਈ ਐਡਾ ਔਖਾ ਨਹੀਂ ਹੈਗਾ, ਪਰ ਉਹ ਕਿਉਂਕਿ ਵੈਂਟੀਲੇਸ਼ਨ ਤਾਂ ਆਲਰੇਡੀ ਵੈਂਟਸ ਪਈਆਂ ਹੁੰਦੀਆਂ, ਜਿਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਜਿਹੜੇ ਫੋਰਸਡ ਹਾਂਜੀ ਹੀਟਿੰਗ ਸਿਸਟਮ ਜਿਹੜਾ ਹੁੰਦਾ, ਪਰ ਉਹਦੀ ਕਾਸਟ ਬਹੁਤ ਜ਼ਿਆਦਾ ਹੈ ਜੀ। The Harjinder Thin Show. ਗਰਮੀ ਨਾਲ ਸਕੂਲਾਂ ਦੇ ਅਤੇ ਬਾਕੀ ਜਿਹੜੇ ਪੋਰਟੇਬਲਸ ਨੇ ਉਹਨਾਂ ਦੇ ਕਲਾਸਰੂਮਸ ਦੇ ਵਿੱਚ ਸਰੀ ਦੀ ਵੱਧ ਰਹੀ ਆਬਾਦੀ ਦੇ ਮੱਦੇਨਜ਼ਰ ਇਹ 77,000 ਵਿਦਿਆਰਥੀ ਕਿਵੇਂ ਦਿਨ ਕੱਟ ਰਹੇ ਨੇ। ਅੱਜ ਇਹ ਗੱਲਬਾਤ ਹੋਣੀ ਹੈ ਕਿਉਂਕਿ ਕਈ ਦਿਨਾਂ ਦੀਆਂ ਇਹ ਰਿਪੋਰਟਸ ਆ ਰਹੀਆਂ ਨੇ ਕਿ ਗਰਮੀ ਵਧਣ ਤੋਂ ਪਿੱਛੋਂ ਜਿਨ੍ਹਾਂ ਸਕੂਲਾਂ ਦੇ ਵਿੱਚ ਏਅਰ ਕੰਡੀਸ਼ਨ ਨਹੀਂ ਲੱਗੇ ਹੋਏ ਔਰ ਉੱਥੇ ਗਰਮੀ ਨਾਲ ਹਾਕਲ ਬਾਕਲ ਨੇ ਬੱਚੇ, ਸਪੈਸੀਫਿਕਲੀ ਜਿਹੜੇ ਟ੍ਰੇਲਰਸ ਦੇ ਵਿੱਚ ਜਿਹਨਾਂ ਨੂੰ ਪੋਰਟੇਬਲਸ ਕਹਿੰਦੇ ਨੇ, ਪੋਰਟੇਬਲ ਕਲਾਸਰੂਮਸ ਦੇ ਵਿੱਚ ਤਾਂ ਕੋਈ ਇੰਤਜ਼ਾਮ ਨਹੀਂ ਹੈ। ਜਦੋਂ ਤਪ ਜਾਂਦਾ ਦੁਪਹਿਰਾ ਅਤੇ ਉਸ ਤੋਂ ਬਾਅਦ ਟੀਨ ਦੇ ਜਿਹੜੇ ਮੈਟਲ ਦੇ ਬਣੇ ਹੋਏ ਇਹ ਪੋਰਟੇਬਲਸ ਨੇ, ਇਹ ਭੱਖ ਉੱਠਦੇ ਨੇ ਅਤੇ ਬੱਚੇ ਅੰਦਰ ਜਿਹੜੇ ਬੈਠਦੇ ਨੇ ਉਹਨਾਂ ਨੂੰ ਕੰਸਨਟਰੇਟ ਕਰਨਾ ਮੁਸ਼ਕਿਲ ਹੋ ਰਿਹਾ ਹੈ। ਸਕੂਲ ਬੋਰਡ ਦੀ ਕੀ ਪਾਲਿਸੀ ਹੈ? ਕਿਹੜੇ ਸਕੂਲਾਂ ਦੇ ਵਿੱਚ ਇਸ ਫੈਸਿਲਿਟੀ ਹੈ ਨਹੀਂ? ਕੀ ਸਕੂਲ ਵਾਲੇ ਅਲਾਓ ਕਰਨਗੇ ਕਿ ਜੇ ਅਧਿਆਪਕ, ਕਿਹੜੇ ਅਧਿਆਪਕ ਨੇ ਜਿਹੜੇ ਆਪਣੇ ਪੱਖੇ ਨਾਲ ਲੈ ਕੇ ਆ ਸਕਦੇ ਨੇ ਜਾਂ ਹੋਰ ਇਸ ਤਰ੍ਹਾਂ ਦੇ ਕੋਈ ਇੰਤਜ਼ਾਮ ਕੀਤੇ ਗਏ ਨੇ? ਕੀ ਕੋਈ ਵਿਦਿਆਰਥੀ ਵੀ ਆਪਣਾ ਪੱਖਾ ਨਾਲ ਲੈ ਕੇ ਆ ਸਕਦਾ ਹੈ? ਸਾਡੇ ਨਾਲ ਅੱਜ ਸਕੂਲ ਟਰਸਟੀ ਨੇ ਗੈਰੀ ਥਿਨ ਜੀ, ਉਹ ਗੱਲਬਾਤ ਕਰਨਗੇ। ਗੈਰੀ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਥਿਨ ਸਾਹਿਬ, ਅਤੇ ਤੁਹਾਡੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਤੁਸੀਂ ਅਤੇ ਸਕੂਲ ਬੋਰਡ ਦੇ ਬਾਕੀ ਟਰਸਟੀਜ਼ ਇਸ ਗੱਲ ਤੋਂ ਜਾਣੂ ਨੇ ਕਿ ਗਰਮੀ ਨਾਲ ਕਲਾਸਰੂਮਾਂ ਦੇ ਵਿੱਚ ਏਅਰ ਕੰਡੀਸ਼ਨ ਦੀ ਘਾਟ ਕਰਕੇ ਬੁਰਾ ਹਾਲ ਹੈ? ਬਿਲਕੁਲ ਜੀ। ਈਵਨ ਜਿਹੜੇ ਰੈਗੂਲਰ ਕਲਾਸਰੂਮਸ ਵੀ ਆ ਉਹਨਾਂ ਦੇ ਵਿੱਚ ਵੀ ਜਦੋਂ ਹੀਟ ਵੇਵ ਆਉਂਦੀ ਹੈਗੀ ਆ ਉਹਨਾਂ ਦੇ ਵਿੱਚ ਵੀ ਬਹਿਣਾ ਥਿਨ ਸਾਹਿਬ ਕਈ ਵਾਰੀ ਮੁਸ਼ਕਿਲ ਹੋ ਜਾਂਦਾ ਹੈਗਾ। ਔਰ ਬਹੁਤ ਵਾਰੀ ਇਹ ਵੀ ਹੁੰਦਾ ਹੈਗਾ ਵੀ ਜੇ ਬਹੁਤ ਜ਼ਿਆਦਾ ਐਕਸਟ੍ਰੀਮ ਹੌਟ ਟੈਂਪਰੇਚਰ ਹੋ ਜੇ, ਜਿਸ ਤਰ੍ਹਾਂ 2021 ਦੇ ਵਿੱਚ ਹੋਇਆ ਸੀਗਾ, ਤਾਂ ਕਈ ਵਾਰੀ ਸਾਨੂੰ ਕਲਾਸਰੂਮਸ ਵੀ ਜਿਹੜੀਆਂ ਉਹ ਡਿਸਕੰਟੀਨਿਊ ਕਰਨੀਆਂ ਪੈਂਦੀਆਂ ਹੈਗੀਆਂ। ਪਰ ਜੇ ਆਪਾਂ ਪੋਰਟੇਬਲਸ ਦੀ ਸਪੈਸੀਫਿਕ ਗੱਲ ਕਰੀਏ, ਉਹਨਾਂ ਦੇ ਵਿੱਚ ਜਿਹੜਾ ਹੀਟ ਜਿਹੜੀ ਹੈਗੀ ਆ ਉਹ ਰੈਗੂਲਰ ਕਲਾਸਰੂਮਸ ਨਾਲੋਂ ਉੱਦਾਂ ਹੀ ਵੱਧ ਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਹੁਣੇ ਦੱਸ ਕੇ ਹਟੇ ਵੀ ਉਹਦਾ ਜਿਹੜਾ ਆਊਟਰ ਸਟਰਕਚਰ ਮੈਟਲ ਦਾ ਹੁੰਦਾ, ਉਹਦੇ ਕਰਕੇ ਜਿਹੜੀ ਈਵਨ ਅੰਦਰੋਂ ਇਨਸੂਲੇਟਿਡ ਹੁੰਦੇ ਆ, HVAC ਸਿਸਟਮ ਵੀ ਹੁੰਦਾ ਹੈਗਾ ਇਹਨਾਂ ਦੇ ਵਿੱਚ ਪੋਰਟੇਬਲਸ ਦੇ ਵਿੱਚ। ਸੋ HVAC ਸਿਸਟਮ ਦੇ ਵਿੱਚ ਇਹ ਆ ਵੀ ਫਰੈਸ਼ ਏਅਰ ਬਾਹਰੋਂ ਜਿਹੜੀ ਉਹ ਥਰੋ ਕਰਦਾ ਹੈਗਾ ਉਹਦੇ ਅੰਦਰ, ਪਰ ਏਅਰ ਕੰਡੀਸ਼ਨ ਨਹੀਂ ਹੁੰਦਾ ਹੈਗਾ ਉਹਦੇ ਵਿੱਚ। ਸੋ ਸਾਡੀ ਜਿਹੜੀ ਹੁਣ ਡਿਮਾਂਡ ਇਹ ਹੈਗੀ ਆ ਮਿਨਿਸਟਰੀ ਆਫ ਐਜੂਕੇਸ਼ਨ ਨੂੰ, ਕਿਉਂਕਿ ਜਿਹੜੀ ਪੋਰਟੇਬਲਸ ਦੀ ਪਰਚੇਜ਼ਿੰਗ ਹੈ ਜਾਂ ਉਹਨਾਂ ਦੀ ਸਾਂਭ ਸੰਭਾਲ ਹੈ ਜਾਂ ਮੂਵਿੰਗ ਹੈ, ਉਹਦੀ ਜਿਹੜੀ ਕਾਸਟ ਹੈ ਸਾਡੇ ਆਪਰੇਟਿੰਗ ਬਜਟ ਦੇ ਵਿੱਚੋਂ ਜਾਂਦੀ ਹੈ। ਜਿਸ ਤਰ੍ਹਾਂ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਵੀ ਇਸ ਸਾਲ ਅਸੀਂ 35 ਪੋਰਟੇਬਲ ਮੂਵ ਕਰ ਰਹੇ ਹਾਂ, ਜਿਹੜੇ ਕਿ ਦੂਜੇ ਸਟੈਕ ਕਰ ਰਹੇ ਹੋ? ਨਹੀਂ, ਮੂਵ ਕਰ ਰਹੇ। ਸੋ ਇੱਕ ਸਕੂਲ ਚੋਂ ਚੱਕ ਕੇ ਦੂਜੇ ਵਿੱਚ ਲੈ ਕੇ ਜਾ ਰਹੇ ਆ। ਉਹਨਾਂ ਨੂੰ ਮੂਵਿੰਗ ਦੀ ਜਿਹੜੀ ਸਾਡੀ ਕਾਸਟ ਹੈਗੀ ਆ ਉਹ $4.8 ਮਿਲੀਅਨ ਹੈ, ਜਿਹੜੀ ਕਿ ਸਾਡੇ ਆਪਰੇਟਿੰਗ ਦੇ ਵਿੱਚੋਂ ਬਾਹਰ ਜਾਂਦੀ ਹੈਗੀ ਆ। ਇਨਡਾਇਰੈਕਟਲੀ ਡਾਇਰੈਕਟਲੀ ਕਲਾਸਰੂਮ ਦੇ ਵਿੱਚੋਂ ਅਸੀਂ ਬਾਹਰ ਕੱਢ ਰਹੇ ਹਾਂ। ਉਹੀ ਅਸੀਂ $4.8 ਮਿਲੀਅਨ ਵਾਧੂ ਟੀਚਰ ਜਾਂ ਐਜੂਕੇਸ਼ਨ ਅਸਿਸਟੈਂਟ ਹਾਇਰ ਕਰਨ ਲਈ ਯੂਜ਼ ਕਰ ਸਕਦੇ ਹੈਗੇ ਆ, ਜਿਹੜੀ ਕਿ ਬੱਚਿਆਂ ਦੀ ਐਜੂਕੇਸ਼ਨ ਵਿੱਚ ਕੰਮ ਆਊਗੀ। ਸੋ ਸਾਡੀ ਡਿਮਾਂਡ ਇਹ ਸੀਗੀ ਮਿਨਿਸਟਰੀ ਆਫ ਐਜੂਕੇਸ਼ਨ ਕੋਲੋਂ, ਆਨਰੇਬਲ ਰਚਨਾ ਸਿੰਘ ਮੈਡਮ ਹੋਰਾਂ ਕੋਲੋਂ, ਕਿ ਜਿਹੜੀ ਪੋਰਟੇਬਲਸ ਦੀ ਮੂਵ ਜਾਂ ਪਰਚੇਜ਼ ਦੀ ਸਾਡੀ ਕਾਸਟ ਹੈਗੀ ਆ ਉਹ ਸਾਨੂੰ ਇੱਕ ਸੈਪਰੇਟ ਫੰਡਿੰਗ ਦੇ ਤੌਰ ਤੇ ਮਿਲਣੀ ਚਾਹੀਦੀ ਹੈ, ਕਿਉਂਕਿ ਉਹ ਸਾਡੀ ਮਜਬੂਰੀ ਆ ਉਹ ਖਰਚਾ ਕਰਨਾ। ਸੋ ਉਹਨਾਂ ਦਾ ਆਨਸਰ ਇਹ ਸੀਗਾ ਵੀ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ, ਹਾਲੇ ਤੱਕ ਉਹ ਸ਼ੋਰ ਨਹੀਂ ਗਈ ਵੀ ਉਹ ਫੰਡਿੰਗ ਹੋਊਗੀ ਜਾਂ ਨਹੀਂ ਹੋਊਗੀ। ਪਰ ਸਾਡੀ ਇਹ ਡਿਮਾਂਡ ਹੈ ਵੀ ਜਿੰਨੀ ਚਿਰ ਤੱਕ ਪੋਰਟੇਬਲਸ ਦਾ ਪਰਮਾਨੈਂਟ ਸੋਲਿਊਸ਼ਨ ਨਹੀਂ ਹੁੰਦਾ, ਤੁਸੀਂ ਐਟਲੀਸਟ ਉਹ ਜਿਹੜੀ ਫੰਡਿੰਗ ਹੈਗੀ ਆ ਉਹਨਾਂ ਨੂੰ ਮੂਵਿੰਗ ਦੀ ਜਾਂ ਉਹਦੀ ਮੇਨਟੇਨੈਂਸ ਦੀ, ਉਹ ਤੁਸੀਂ ਸਾਨੂੰ ਸੈਪਰੇਟ ਜ਼ਰੂਰ ਕਰੋ। ਅਤੇ ਜੇ ਪੋਰਟੇਬਲ
ਪਰਚੇਜ਼ਿੰਗ ਦੀ ਫੰਡਿੰਗ ਵੀ ਸਾਨੂੰ ਮਿਨਿਸਟਰੀ ਆਫ ਐਜੂਕੇਸ਼ਨ ਕਰਨ ਲੱਗ ਜਾਂਦੀ ਆ। ਦੈਨ ਵੀ ਵਿਲ ਲੁੱਕ ਇਨਟੂ ਵੀ ਅਸੀਂ ਇਹਦੇ ਵਿੱਚ 에ਅਰ ਕੰਡੀਸ਼ਨ ਪੋਰਟੇਬਲ ਲੈ ਕੇ ਆਈਏ। ਸੋ ਅਗਲੇ 2025 ਸਕੂਲਸ ਵਰੇ ਲਈ ਜਿਹੜੇ ਅਸੀਂ 30 ਪੋਰਟੇਬਲ ਆਰਡਰ ਕਰਨੇ ਆ। ਸਾਡਾ ਜਿਹੜਾ ਸੀਨੀਅਰ ਮੈਨੇਜਮੈਂਟ ਹੈਗਾ ਆਲਰੇਡੀ ਉਹ ਇਹਦੇ ਉੱਤੇ ਕੰਮ ਕਰ ਰਿਹਾ ਵੀ ਅਸੀਂ 에ਅਰ ਕੰਡੀਸ਼ਨ ਪੋਰਟੇਬਲ ਲੈ ਕੇ ਆਈਏ ਹੁਣ ਜਿਹੜੇ 30 ਨਵੇਂ ਲੈ ਕੇ ਆਣੇ। ਪਰ ਜਿਹੜੇ ਮੂਵ ਕਰ ਰਹੇ ਹੋ ਤੁਸੀਂ, ਹਾਂਜੀ, ਇਹ ਦੂਜੇ ਸਕੂਲਾਂ ਤੋਂ ਮੂਵ ਕਰ ਰਹੇ? ਇਹ ਜਿਸ ਤਰ੍ਹਾਂ ਹੁਣ ਮੈਂ ਫੋਰ ਐਗਜ਼ਾਮਪਲ ਸਲਿਵਨ ਹਾਈਟ ਸੈਕੰਡਰੀ ਦੀ ਐਕਸਪੈਂਸ਼ਨ ਹੋ ਗਈ ਲਾਸਟ ਈਅਰ, 30 ਕਲਾਸਰੂਮਸ ਨਵੀਆਂ ਬਣ ਗਈਆਂ। ਉੱਥੇ ਸਾਡੇ ਕੋਲ ਤਕਰੀਬਨ 12 ਪੋਰਟੇਬਲ ਪਏ ਸੀਗੇ ਜਿਹੜੀ ਪਾਰਕਿੰਗ ਲਾਟ ਵਿੱਚ। ਉਹ ਹੁਣ ਅਸੀਂ 12 ਪੋਰਟੇਬਲ ਉੱਥੋਂ ਚੱਕ ਕੇ ਦੂਜੇ ਸਕੂਲਾਂ ਵਿੱਚ ਲੈ ਕੇ ਜਾ ਰਹੇ ਜਿੱਥੇ ਸਾਡੀ ਗਰੋਥ ਸਾਨੂੰ ਆਲਰੇਡੀ ਪਤਾ ਹੈ ਵੀ ਰਜਿਸਟ੍ਰੇਸ਼ਨ ਇੰਨੀ ਜ਼ਿਆਦਾ ਹੋ ਚੁੱਕੀ ਹੈ ਵੀ ਸਾਡੇ ਕੋਲ ਇਨਫ ਕਲਾਸਰੂਮ ਨਹੀਂ ਹੈਗੇ, ਸਾਨੂੰ ਪੋਰਟੇਬਲ ਉੱਥੇ ਰੱਖਣੇ ਹੀ ਪੈਣੇ ਆ। ਸੋ ਉਹਨਾਂ ਸਕੂਲਾਂ ਵਿੱਚ ਅਸੀਂ ਲੈ ਕੇ ਉਹ ਲਿਜਾ ਕੇ ਰੱਖ ਦੇਣੇ। ਕਿਉਂਕਿ ਮੇਅਰ ਬਰਿੰਡਾ ਲੌਕ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ 2024 ਦੇ ਸਤੰਬਰ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ 78,000 ਨੂੰ ਸ਼ਾਇਦ ਪਾਰ ਕਰ ਜਾਏ। ਨਹੀਂ, 78,000 ਹੁਣ ਕਰੰਟ ਹੈਗੀ ਹੈ ਜੀ। ਅਸੀਂ 80,000 ਤੋਂ ਪਾਰ ਕਰ ਜਾਾਂਗੇ ਆਹ ਸਤੰਬਰ ਦੇ ਵਿੱਚ। ਉਹ ਅੱਛਾ, ਹਾਂਜੀ, 78,000 ਮੌਜੂਦਾ ਹੈਗੀ ਹੈ ਜੀ। ਹਾਂਜੀ, ਸੋ ਇਸ ਲਈ ਫਿਰ ਇਹ ਪੋਰਟੇਬਲ ਜਿਹੜੇ ਆ ਇੱਕ ਦੂਜੇ ਦੇ ਉੱਪਰ ਚਿਣੋਗੇ। ਸੋ ਉਹੀ ਸਮੱਸਿਆ ਜਿਹੜੀ ਵੱਡੀ ਸਪੇਸਿੰਗ ਦੀ ਆ ਰਹੀ ਉਦੋਂ ਬਾਅਦ, ਕਿਉਂਕਿ ਮਿਨਿਸਟਰੀ ਦੀਆਂ ਕੁਝ ਸੈੱਟ ਗਾਈਡਲਾਈਨਸ ਹੈਗੀਆਂ, ਸਿਟੀ ਆਫ ਸਰੀ ਦੀਆਂ ਕੁਝ ਸੈੱਟ ਗਾਈਡਲਾਈਨਸ ਹੈਗੀਆਂ, ਸਾਡੀਆਂ ਆਪਣੀਆਂ ਇੰਟਰਨਲ ਪਾਲਿਸੀਜ਼ ਹੈਗੀਆਂ ਜਿਹੜੀਆਂ ਸਾਨੂੰ ਰਿਸਟ੍ਰਿਕਟ ਕਰਦੀਆਂ ਵੀ ਸਾਨੂੰ ਮਿਨੀਮਮ ਇੰਨੀਆਂ ਪਾਰਕਿੰਗ ਲਾਟਸ ਚਾਹੀਦੀਆਂ ਤੇ ਮਿਨੀਮਮ ਇੰਨੀ ਪਲੇ ਸਪੇਸ ਚਾਹੀਦੀ ਆ ਕਿਸੇ ਐਲੀਮੈਂਟਰੀ ਸਕੂਲ ਵਿੱਚ ਜਾਂ ਸੈਕੰਡਰੀ ਸਕੂਲ ਦੇ ਵਿੱਚ। ਉਦੋਂ ਬਾਅਦ ਅਸੀਂ ਉਹਨੂੰ ਯੂਟਿਲਾਈਜ਼ ਨਹੀਂ ਕਰ ਸਕਦੇ ਹੈਗੇ। ਸੋ ਉਹ ਜਿਹੜੀਆਂ ਸਪੇਸਿਸ ਕਾਫੀ ਜ਼ਿਆਦਾ ਐਲੀਮੈਂਟਰੀ ਤੇ ਹਾਈ ਸਕੂਲ ਇੱਦਾਂ ਦੇ ਹੈਗੇ ਆ ਵੀ ਜਿੱਥੇ ਅਸੀਂ ਮੈਕਸਿਮਮ ਸਪੇਸ ਯੂਜ਼ ਕਰ ਚੁੱਕੇ ਆ। ਤਾਂ ਹੁਣ ਸਾਨੂੰ ਜਿਹੜੀ ਟਰਸਟੀ ਜਿਹੜੇ ਟੈਰੀ ਐਲਨ ਹੈਗੇ ਉਹਨਾਂ ਨੇ ਲਾਸਟ ਬੋਰਡ ਮੀਟਿੰਗ ਦੇ ਵਿੱਚ May 10 ਦੀ ਬੋਰਡ ਮੀਟਿੰਗ ਵਿੱਚ ਇਹ ਜਿਹੜਾ ਮਤਾ ਨਵਾਂ ਰੱਖਿਆ ਹੈਗਾ ਉਹ ਵੀ ਸੀਨੀਅਰ ਐਡਮਿਨਿਸਟ੍ਰੇਸ਼ਨ ਇਹਦੇ ਉੱਤੇ ਹੁਣ ਰਿਸਰਚ ਕਰੇ ਵੀ ਪੋਰਟੇਬਲ ਨੂੰ ਸਟੈਕਿੰਗ ਦੇ ਵਿੱਚ ਸਾਨੂੰ ਕਿੰਨਾ ਖਰਚਾ ਆਉਣਾ ਤੇ ਉਹ ਫਿਜ਼ੀਬਲ ਹੈਗਾ ਕਿ ਨਹੀਂ ਹੈਗਾ। ਅੱਛਾ, ਕੱਲ ਅਸੀਂ ਕਈ ਟੀਚਰਸ ਨੂੰ ਅਪਰੋਚ ਕੀਤਾ। ਹਾਂਜੀ, ਕਲੇਟਨ ਸੈਕੰਡਰੀ ਦੇ ਵਿੱਚ 에ਅਰ ਕੰਡੀਸ਼ਨ ਹੈ ਨਹੀਂ। ਠੀਕ ਹੈ ਜੀ। ਉੱਥੇ ਦੇ ਟੀਚਰ ਕਹਿੰਦੇ ਇਫ ਪ੍ਰਿੰਸੀਪਲ ਦਾ ਹੁਕਮ ਹੈ ਕਿ ਇਫ ਹੀਟ ਇਜ਼ ਅਨਬੇਅਰੇਬਲ ਤੁਸੀਂ ਆਪਣਾ ਪੱਖਾ ਘਰੋਂ ਲਿਆ ਸਕਦੇ ਹੋ। ਔਰ ਐਲ ਮੈਥਿਊਸਨ ਦਾ ਅਸੀਂ ਪਤਾ ਕੀਤਾ, ਉਹ ਕਹਿੰਦੇ ਹੀਟ ਨਾਲ ਬੁਰਾ ਹਾਲ ਆ। ਪੱਖਾ ਕਈ ਜਿਹੜੇ ਟੀਚਰ ਨੇ ਉਹ ਲੈ ਕੇ ਆ ਰਹੇ ਆਪਣਾ ਪੱਖਾ, ਟੇਬਲ ਫੈਨ ਘਰੋਂ ਲਿਆ ਕੇ ਲਾ ਰਹੇ ਨੇ। ਤੁਸੀਂ ਇਜਾਜ਼ਤ ਦਿੰਦੇ ਹੋ ਇਸ ਦੀ? ਮੈਨੂੰ ਇਸ ਪਾਲਿਸੀ ਦੀ ਡਿਟੇਲ ਬਾਰੇ ਬਹੁਤਾ ਪਤਾ ਨਹੀਂ ਹੈਗਾ ਜੀ। ਆਈ ਕੈਨ ਲੁੱਕ ਇਨਟੂ ਦਾ ਪਾਲਿਸੀ ਡਿਟੇਲ ਵੀ ਇਹ ਹੈਗੀ ਇੱਦਾਂ ਦੀ ਪਾਲਿਸੀ ਵੀ ਤੁਸੀਂ ਆਪਣਾ ਪੱਖਾ ਘਰੋਂ ਲੈ ਕੇ ਆ ਸਕਦੇ ਹੋ ਕਿ ਨਹੀਂ ਆ ਸਕਦੇ। ਪਰ ਅਗੇਨ ਡੈਸਪਰੇਟ ਅਟੈਂਪਟ ਹੈਗਾ ਸਾਰਿਆਂ ਵੱਲੋਂ ਹੀ। ਜੇ ਹੁਣ ਦੇਖੋ ਸਕੂਲ ਬਿਲਡਿੰਗਸ ਦੇ ਵਿੱਚ 에ਅਰ ਕੰਡੀਸ਼ਨ ਕਿਸੇ ਦੇ ਵਿੱਚ ਵੀ ਨਹੀਂ ਹੈਗਾ। ਹਾਂ, ਜੇ ਆਪਾਂ ਪੋਰਟੇਬਲਸ ਦੀ ਗੱਲ ਕਰੀਏ ਤਾਂ ਪੋਰਟੇਬਲ ਵਿੱਚ ਨਵਿਆਂ ਦੇ ਵਿੱਚ ਉਹ ਐਸੇ ਲਈ ਕਰ ਰਹੇ ਆ ਕੋਸ਼ਿਸ਼ ਕਿ ਵੀ ਉਹ ਮੈਟਲ ਸਟਰਕਚਰ ਹੋਣ ਕਰਕੇ ਉਹਦੇ 'ਚ ਹੀਟ ਥੋੜ੍ਹੀ ਜਿਹੀ ਜ਼ਿਆਦਾ ਹੋ ਜਾਂਦੀ ਹੈਗੀ ਆ। HVAC ਸਿਸਟਮ ਸਾਰੇ ਸਕੂਲਾਂ ਦੇ ਵਿੱਚ ਹੈਗੇ ਆ। ਮੈਨੂੰ ਤੁਸੀਂ ਦੱਸਿਆ ਪਹਿਲਾਂ। ਹਾਂਜੀ, ਪਰ ਆਰਜ਼ੀ ਤੌਰ ਤੇ ਹੁਣ ਗਰਮੀ ਹੋਰ ਪੈਣੀ ਆ ਹਾਲੇ। ਬਿਲਕੁਲ ਜੀ, ਬਿਲਕੁਲ। ਹਾਲੇ ਤਾਂ ਅਸੀਂ ਮਈ ਦੇ ਵਿੱਚ ਹਾਂ, ਅਗਸਤ ਤੱਕ ਜਦੋਂ ਜਾਣਾ ਹਾਂਜੀ, ਟੈਂਪਰੇਚਰ ਕਾਫੀ ਵੱਧ ਸਕਦੇ ਨੇ। ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ 600 ਵਿਅਕਤੀ ਮਾਰੇ ਗਏ ਸਨ। ਹਾਂਜੀ। ਸੋ ਸਕੂਲ ਬੋਰਡ ਵਾਲੇ ਟੈਂਪਰੇਰੀ ਤੌਰ ਤੇ ਇਹਨਾਂ ਪੋਰਟੇਬਲਸ ਦੇ ਵਿੱਚ ਫੈਨ ਨਹੀਂ ਲਾ ਸਕਦੇ, ਟੇਬਲ ਫੈਨ? ਹੋ ਸਕਦਾ ਜੀ, ਆਈ ਐਮ ਕੁਆਇਟ ਸ਼ੋਰ ਵੀ ਪੋਸੀਬਿਲਿਟੀ ਹੈਗੀ ਆ ਕਿਉਂਕਿ ਜਿਹੜਾ HVAC ਸਿਸਟਮ ਆ ਉਹ ਵੀ ਫੈਨ ਦਾ ਕੰਮ ਹੀ ਕਰਦਾ ਹੈਗਾ ਵੈਸੇ ਤਾਂ, ਕਿਉਂਕਿ ਉਹਨੇ ਵੀ 에ਅਰ ਹੀ ਬਲੋ ਕਰਨੀ ਹੁੰਦੀ ਹੈ ਫਰੈਸ਼ ਜਿਹੜੀ ਬਾਹਰੋਂ 에ਅਰ ਚੁੱਕ ਕੇ। ਹਾਂਜੀ ਹਾਂਜੀ, ਫਰੈਸ਼। ਸੋ ਉਹਦੇ ਵਿੱਚ ਜੇ ਫੈਨ ਦੀ ਵੀ ਲੋੜ ਪੈ ਸਕਦੀ ਹੈ ਤਾਂ ਵੈਰੀ ਸ਼ੋਰ ਵੀ ਇੱਦਾਂ ਦੀ ਕੋਈ ਪਾਲਿਸੀ ਜਿਹੜੀ ਲਿਖੀ ਜਾ ਸਕਦੀ ਹੈ ਜੀ। ਜਿਹੜੀ ਪਾਲਿਸੀ ਕਮੇਟੀ ਹੈਗੀ, ਸਾਡੇ ਚੇਅਰ ਹੈਗੇ ਮਿਸਟਰ ਗੈਰੀ ਟਿਮਿਸਚਕ, ਬੌਬ ਹੋਮਸ ਵੀ ਉਸ ਕਮੇਟੀ ਵਿੱਚ ਬੈਠਦੇ, ਉਹਨਾਂ ਨਾਲ ਮੈਂ ਗੱਲਬਾਤ ਕਰਕੇ ਇਹਦੇ ਤੇ ਵੀ ਕੈਨ ਲੁੱਕ ਇਨਟੂ। ਜਿਹੜੇ ਨਵੇਂ ਸਕੂਲ ਬਣੇ ਨੇ ਉਹਨਾਂ 'ਚ 에ਅਰ ਕੰਡੀਸ਼ਨ ਹੈਗਾ? ਜਿਹੜੇ 1-2 ਬਿਲਡਿੰਗਸ ਜਿਹੜੀਆਂ ਨਵੀਆਂ ਬਣੀਆਂ ਉਹਨਾਂ ਦੇ ਵਿੱਚ, ਜਿਵੇਂ ਗ੍ਰੈਂਡ ਵਿਊ ਹਾਈਟ ਸੈਕੰਡਰੀ, ਉਹਦੇ ਵਿੱਚ 에ਅਰ ਕੰਡੀਸ਼ਨ ਹੈਗਾ ਜੀ। ਅੱਛਾ, ਜਿਹੜੀ ਪਹਿਲੇ ਦੇ ਬਾਕੀ ਦੇ ਪੁਰਾਣੇ ਸਕੂਲਾਂ ਦੇ ਵਿੱਚ ਨਹੀਂ ਹੈਗੇ। ਉਹਨਾਂ 'ਚ ਲਾਇਆ ਜਾ ਸਕਦਾ? ਬਹੁਤ ਜ਼ਿਆਦਾ ਕਾਸਟ ਹੈ ਜੀ। ਹਾਂਜੀ, ਕਿਉਂਕਿ HVAC ਸਿਸਟਮ ਨੂੰ AC ਵਿੱਚ ਕਨਵਰਟ ਕਰਨਾ ਕੋਈ ਐਡਾ ਔਖਾ ਨਹੀਂ ਹੈਗਾ। ਪਰ ਉਹ ਕਿਉਂਕਿ ਵੈਂਟੀਲੇਸ਼ਨ ਤਾਂ ਆਲਰੇਡੀ ਵੈਂਟਸ ਪਈਆਂ ਹੁੰਦੀਆਂ ਜਿਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਜਿਹੜੇ ਫੋਰਸਡ ਹਾਂਜੀ ਹੀਟਿੰਗ ਸਿਸਟਮ ਜਿਹੜਾ ਹੁੰਦਾ, ਪਰ ਉਹਦੀ ਕਾਸਟ ਬਹੁਤ ਜ਼ਿਆਦਾ ਹੈ ਜੀ। ਕਿਉਂਕਿ ਜੇ ਆਪਣੇ ਰੈਗੂਲਰ ਘਰ ਨੂੰ ਵੀ ਹੀਟ ਅਪ ਕਰਨ ਨੂੰ ਆਪਾਂ ਨੂੰ 2 ਤੋਂ 3 ਟਨ ਦਾ ਜਿਹੜਾ 에ਅਰ ਕੰਡੀਸ਼ਨ ਚਾਹੀਦਾ ਹੈਗਾ। ਸੋ ਤੁਸੀਂ ਬਿਲਡਿੰਗ ਦੀ ਕਿਸੇ ਹਾਈ ਸਕੂਲ ਬਿਲਡਿੰਗ ਦੀ ਗੱਲ ਕਰ ਰਹੇ ਹੋ ਜਿੱਥੇ ਘੱਟੋ ਘੱਟ 50 ਜਾਂ 60 ਕਲਾਸਰੂਮਸ ਹੈਗੇ ਆ, ਉਹਨ ਸਾਰੀ ਬਿਲਡਿੰਗ ਨੂੰ ਹੀਟ ਅਪ ਕਰਨਾ ਯੂ ਨੀਡ ਅ ਬਿਗਰ AC ਕਮਰਸ਼ੀਅਲ ਸਾਈਜ਼ ਜਿਹੜੇ ਹੋਟਲਸ ਵਿੱਚ ਲੱਗਦੇ ਹੈਗੇ ਆ, ਔਰ ਉਹਦੀ ਕਾਸਟ ਬਹੁਤ ਜ਼ਿਆਦਾ ਹੈਗੀ ਹੈ ਜੀ। ਹੋਰ ਕੀ ਕਹਿਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ ਅੱਜ ਤੁਸੀਂ ਇਸ ਸੰਬੰਧ ਦੇ ਵਿੱਚ?
ਦੇਖੋ ਤਿੰਨ ਸਾਹਿਬ, ਮੈਂ ਤਾਂ ਇਹੀ ਕਹਿਣਾ ਵੀ 7 ਜਿਹੜੇ ਟਰਸਟੀ ਆ, ਕਈ ਵਾਰੀ ਇਹ ਵੀ ਕੰਪਲੇਂਟ ਆਉਂਦੀ ਵੀ ਤੁਸੀਂ ਟਰਸਟੀ ਕੀ ਕਰ ਰਹੇ ਹੋ, ਤੁਹਾਨੂੰ ਅਸੀਂ ਚੁਣ ਕੇ ਉੱਥੇ ਨੁਮਾਇੰਦਗੀ ਕਰਨ ਨੂੰ ਭੇਜਿਆ ਹੈਗਾ, ਤੁਸੀਂ ਕਿਉਂ ਨਹੀਂ ਐਡਵੋਕੇਸੀ ਕਰ ਰਹੇ। ਸੋ ਅਸੀਂ ਆਪਦੇ ਬਿਹਾਫ ਤੇ 7 ਜਣੇ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਵੀ ਲਗਾਤਾਰ ਮਿਲ ਰਹੇ ਆ, ਲੋਕਲ MLAs ਨੂੰ ਵੀ ਮਿਲ ਰਹੇ ਆ। ਸਾਡੇ ਲੋਕਲ MLAs ਦੇ ਵਿੱਚੋਂ ਇਸ ਟਾਈਮ 4 ਮੰਤਰੀ ਹੈਗੇ ਆ, ਉਹਨਾਂ ਨੂੰ ਵੀ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰ ਰਹੇ ਹੈਗੇ, ਇਨਕਲੂਡਿੰਗ ਮਿਸਟਰ ਬਰੂਸ ਰਾਲਸਟਨ ਜਿਹੜੇ ਇਸ ਟਾਈਮ ਟ੍ਰੈਜਰੀ ਬੋਰਡ ਦੇ ਉੱਤੇ ਬੈਠੇ ਆ। ਉਹ ਟ੍ਰੈਜਰੀ ਬੋਰਡ ਦੇ ਕੋਲੇ ਪਾਵਰ ਹੈਗੀ ਆ ਜਿਹੜੇ ਫੰਡਸ ਐਲੋਕੇਟ ਕਰਨ ਦੀ ਡਿਸਟ੍ਰਿਕਟਸ ਨੂੰ, ਜਿੱਥੇ ਕਿ ਤੁਹਾਨੂੰ ਕੋਈ ਐਮਰਜੈਂਸੀ ਲੱਗਦੀ ਹੈ ਵੀ ਹਾਂ ਵੀ ਇੱਥੇ ਬਹੁਤ ਜ਼ਿਆਦਾ ਹੁਣ ਗੰਭੀਰ ਸਮੱਸਿਆ ਹੋ ਗਈ। ਜਿਸ ਤਰ੍ਹਾਂ ਸਿਟੀ ਆਫ ਸਰੀ ਨੇ ਵੀ ਜਿਹੜਾ ਇੱਕ ਪ੍ਰੈਸ ਰਿਲੀਜ਼ ਕੀਤੀ ਹੈਗੀ ਹੈ ਕੱਲ੍ਹ, ਵੀ ਇੱਥੇ ਐਮਰਜੈਂਸੀ ਡਿਕਲੇਅਰ ਕੀਤੀ ਆ ਉਹਨਾਂ ਨੇ ਕੈਪੀਟਲ ਪ੍ਰੋਜੈਕਟਸ ਨੂੰ ਲੈ ਕੇ ਸਰੀ ਦੇ ਵਿੱਚ। ਸੋ ਇਹਨਾਂ 7 ਟਰਸਟੀਜ਼ ਨੇ ਜੋ ਐਡਵੋਕੇਸੀ ਕਰਨੀ ਆ ਉਹ ਅਸੀਂ ਕਰ ਰਹੇ ਹਾਂ। ਪਰ ਜੇ 78,000 ਪੇਰੈਂਟਸ ਸਾਡੇ ਨਾਲ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਜਾਣ ਤਾਂ ਉਹ ਐਡਵੋਕੇਸੀ ਦੇ ਨੈਕਸਟ ਲੈਵਲ ਤੇ ਜਾ ਸਕਦੀ ਆ। ਤੇ ਮਿਨਿਸਟਰੀ ਦੇ ਉੱਤੇ ਔਰ ਲੋਕਲ MLAs ਤੇ ਈਵਨ ਪ੍ਰੀਮੀਅਰ ਆਫਿਸ ਤੇ ਵੀ ਬਹੁਤ ਜ਼ਿਆਦਾ ਜਿਹੜਾ ਉਹਦਾ ਪ੍ਰੈਸ਼ਰ ਪੈ ਸਕਦਾ। ਸੋ ਜੋ ਸਾਡੀਆਂ ਮੰਗਾਂ ਹੈਗੀਆਂ, ਜੋ ਸਾਡੀਆਂ ਲੋੜਾਂ ਹੈਗੀਆਂ, ਉਹ ਪੂਰੀਆਂ ਹੋ ਸਕਦੀਆਂ ਜੀ। ਪੇਰੈਂਟਸ ਤਾਂ ਜਾਣਾ ਚਾਹੁੰਦੇ ਆ, ਜਿਹੜੇ 100-200 ਪੇਰੈਂਟਸ ਜਾਂਦੇ ਆ, ਉਹਨਾਂ ਨੂੰ ਸਕੂਲ ਬੋਰਡ ਵਾਲਿਆਂ ਨੇ ਉੱਥੇ ਜਿੱਥੇ ਜਿਵੇਂ ਟਰੀਟ ਕੀਤਾ, ਉਹ ਕਹਿੰਦੇ ਕਿ ਬਿਲਕੁਲ ਇਹ ਗੱਲ ਉਹਨਾਂ ਦੀ ਗਲਤ ਹੈ, ਤੁਸੀਂ ਸਾਨੂੰ ਸਵਾਲ ਨਹੀਂ ਪੁੱਛ ਸਕਦੇ, ਲਿਖ ਕੇ ਦਿਓ, ਫਾਰਮ ਭਰ ਕੇ ਦਿਓ, ਹਰਾ ਕਾਗਜ਼ ਦਿਓ, ਪੀਲਾ ਕਾਗਜ਼ ਦਿਓ, ਫਿਰ ਉਸ ਨੂੰ ਲਿਖ ਕੇ ਭੇਜਾਂਗੇ। ਸਿੱਧੀ ਕਨਵਰਸੇਸ਼ਨ ਕਿਉਂ ਨਹੀਂ ਕਰਨ ਦਿੰਦੇ? ਜੇ ਪੇਰੈਂਟਸ ਜਾਂਦੇ ਆ, ਮੋਸਟਲੀ ਪੇਰੈਂਟਸ ਜਿਹੜੇ ਆ ਉਹ ਇਸ ਚੱਕਰ ਦੇ ਵਿੱਚ ਨਹੀਂ ਕਿ ਉਹ ਹਰੇ ਪੀਲੇ ਫਾਰਮ ਭਰ ਕੇ ਕੁਐਸਚਨ ਪਾਉਣ, ਫਿਰ ਉਹਦਾ ਜਵਾਬ ਦਾ ਉਡੀਕ ਕਰਨ, ਫਿਰ ਤੁਸੀਂ ਟਾਈਪ ਕਰਕੇ ਉਹਨਾਂ ਨੂੰ ਜਵਾਬ ਦਿਓ। ਖਰਚਾ ਅਤੇ ਹੋਰ ਤਾਂ ਜਿਹੜਾ ਹੈ ਸੋ ਹੈ, ਉਹਦੇ ਨਾਲ ਕਮਿਊਨੀਕੇਸ਼ਨ ਮੁਸ਼ਕਿਲ ਹੈ। ਪੇਰੈਂਟਸ ਨੇ ਮੈਨੂੰ ਦੱਸਿਆ ਕਿ ਅਸੀਂ ਗਏ ਸਾਂ, ਲੇਕਿਨ ਸਕੂਲ ਬੋਰਡ ਵਾਲਿਆਂ ਦੇ ਜਿਹੜੇ ਤੌਰ ਤਰੀਕੇ ਬਣਾਏ ਹੋਏ ਨੇ, ਦਕਿਆਨੂਸੀ, ਰੂੜੀਵਾਦੀ, 100 ਸਾਲ ਪੁਰਾਣੇ, ਉਹ ਅੱਜ ਕੱਲ੍ਹ ਨਹੀਂ। ਅੱਜ ਕੱਲ੍ਹ ਤਾਂ ਡਾਇਰੈਕਟ ਕਮਿਊਨੀਕੇਸ਼ਨ ਜਿਵੇਂ ਆਪਾਂ ਗੱਲਾਂ ਕਰ ਰਹੇ ਹਾਂ, ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਬਿਲਕੁਲ ਜੀ। ਦੇਖੋ, ਮੈਂ ਕਿਤੇ ਨਾ ਕਿਤੇ ਸਹਿਮਤ ਹੈਗਾ ਵੀ ਡਾਇਰੈਕਟ ਕਮਿਊਨੀਕੇਸ਼ਨ ਹੋਣੀ ਚਾਹੀਦੀ ਆ, ਪਰ ਇਹ ਪਾਲਿਸੀ ਜਿਹੜੀ ਤਕਰੀਬਨ ਅੱਜ ਤੋਂ 5 ਜਾਂ 6 ਸਾਲ ਪਹਿਲਾਂ ਚੇਂਜ ਹੋਈ ਸੀਗੀ। ਪਹਿਲਾਂ ਡਾਇਰੈਕਟ ਆਨਸਰਿੰਗ ਹੀ ਹੁੰਦੀ ਸੀਗੀ ਕੁਐਸਚਨਸ ਦੀ, ਉਹਦੇ ਵਿੱਚ ਵੀ ਕਾਫੀ ਕੰਪਲੀਕੇਸ਼ਨਸ ਆਉਣ ਲੱਗ ਗਈਆਂ ਸੀਗੀਆਂ। ਜਿਸ ਤਰ੍ਹਾਂ ਕਿਸੇ ਨੂੰ ਕੋਈ ਸਵਾਲ ਦਾ ਜਵਾਬ ਜਿਹੜਾ ਉੱਥੇ ਔਨ ਫਲੋਰ ਦੇਤਾ, ਰੈਕਡ ਦੇ ਵਿੱਚ ਹੈ, ਰਿਕਾਰਡਿਡ ਹੈ, ਔਰ ਉਹ ਗਲਤ ਸੀਗਾ, ਤਾਂ ਫਿਰ ਉਹ ਅਕਾਊਂਟੇਬਿਲਟੀ ਬਣ ਜਾਂਦੀ ਹੈਗੀ ਬੋਰਡ ਦੀ ਤੇ ਸੀਨੀਅਰ ਐਡਮਿਨਿਸਟ੍ਰੇਸ਼ਨ ਦੀ, ਵੀ ਇਹ ਤੁਸੀਂ ਜਵਾਬ ਦਿੱਤਾ ਸੀਗਾ, ਰਿਕਾਰਡਿਡ ਹੈ, ਪਰ ਇਹ ਗਲਤ ਸੀਗਾ, ਤੁਹਾਡਾ ਜਵਾਬ ਠੀਕ ਨਹੀਂ ਹੈਗਾ। ਸੋ ਉਹਦਾ ਕਰਕੇ ਜਿਹੜੀ ਇਹ ਪਾਲਿਸੀ ਚੇਂਜ ਕੀਤੀ ਵੀ ਤਾਂ ਕਿ ਉਹਦੇ 'ਚ ਅਕਾਊਂਟੇਬਿਲਟੀ ਹੋਣੀ ਚਾਹੀਦੀ ਆ, ਵੀ ਜੋ ਵੀ ਤੁਸੀਂ ਲਿਖਤੀ ਰੂਪ ਦੇ ਵਿੱਚ ਸਾਡੇ ਕੋਲੋਂ ਡਿਮਾਂਡ ਕਰ ਰਹੇ ਹੋ, ਉਹਦਾ ਲਿਖਤੀ ਰੂਪ ਦੇ ਵਿੱਚ ਹੀ ਤੁਹਾਨੂੰ ਜਵਾਬ ਆਏਗਾ। ਇੱਕ ਤਾਂ ਉਹਦੇ 'ਚ ਅਕਾਊਂਟੇਬਿਲਟੀ ਆ ਵੀ ਹਾਂ ਵੀ ਤੁਹਾਨੂੰ ਜਵਾਬ ਉਹਦਾ ਆਇਆ ਹੀ ਆਇਆ 100%। ਸੈਕੰਡਲੀ ਉਹ ਕਰੈਕਟ ਆਨਸਰ ਹੋਏਗਾ, ਉਹਦੇ ਵਿੱਚ ਕੋਈ ਵੀ ਉਹ ਕਿੰਤੂ ਪ੍ਰੰਤੂ ਨਹੀਂ ਹੋਏਗਾ ਜੀ। ਜਾਂ ਫਿਰ ਸਟਾਫ ਨੂੰ ਤਿਆਰ ਹੋ ਕੇ ਆਉਣਾ ਚਾਹੀਦਾ, ਗਲਤ ਜਵਾਬ ਨਾ ਦੇਣ, ਪ੍ਰਪੇਅਰ ਕਰਕੇ ਆਉਣ। ਕਈ ਵਾਰੀ ਇਹ ਬਹੁਤ ਜ਼ਿਆਦਾ ਬਰੋਡ ਜਿਹੜਾ ਸਪੈਕਟਰਮ ਹੈਗਾ ਜੀ, ਕਈ ਵਾਰੀ ਇਹ ਇਸ ਤਰ੍ਹਾਂ ਹੁੰਦਾ ਵੀ ਕਈ ਡਾਟਾ ਜਾਂ ਫਿਗਰ ਦੇ ਤੌਰ ਦੇ ਉੱਤੇ ਕਈ ਵਾਰੀ ਕੋਈ ਸਵਾਲ ਪੁੱਛ ਲਿਆ ਜਾਂਦਾ, ਜਿਹੜਾ ਕਿ ਐਟ ਦਾ ਟਾਈਮ ਤੁਹਾਡੇ ਕੋਲੇ ਨਹੀਂ ਅਵੇਲੇਬਲ ਹੁੰਦਾ, ਤੁਹਾਨੂੰ ਵਿੱਚ ਸਰਚ ਕਰਕੇ ਸਿਸਟਮ ਦੇ ਵਿੱਚ ਦੇਖਣਾ। ਕਈ ਵਾਰੀ ਅਸੀਂ ਓਪਨ ਲਾਈਨ ਕਰਦੇ ਹਾਂ, ਮੈਨੂੰ ਵੀ ਕੀ ਸਵਾਲ ਪੁੱਛ ਲੈਂਦੇ ਜਾਂ ਮੈਂ ਕਹਿੰਦਾ ਜੀ ਮੈਨੂੰ ਪਤਾ ਨਹੀਂ ਗਾ ਇਹਦੇ ਬਾਰੇ, ਮੈਂ ਪਤਾ ਕਰਕੇ ਕੱਲ੍ਹ ਨੂੰ ਅਨਾਊਂਸ ਕਰ ਦੂੰਗਾ, ਫਿਰ ਮੈਂ ਪਤਾ ਕਰਕੇ ਕੱਲ੍ਹ ਨੂੰ ਕਰ ਦਿੰਦਾ, ਜੇ ਮੈਨੂੰ ਪਤਾ ਮੈਂ ਉਦੋਂ ਹੀ ਦੱਸ ਦਿੰਦਾ। ਇਸ ਤਰ੍ਹਾਂ ਦੀ ਡਾਇਰੈਕਟ ਕਮਿਊਨੀਕੇਸ਼ਨ ਮੇਰਾ ਖਿਆਲ ਹੈ ਇਨਕਰੇਜ ਹੋਣਗੇ। ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, ਵੀ ਜਿਹੜੀ ਚੀਜ਼ ਦਾ ਜਵਾਬ ਦਿੱਤਾ ਜਾ ਸਕਦਾ ਉਹਦਾ ਜ਼ਰੂਰ ਦੇਣਾ ਚਾਹੀਦਾ, ਔਰ ਮੈਂ ਡੈਫੀਨੇਟਲੀ ਤੁਹਾਡਾ ਜਿਹੜਾ ਸੁਝਾਅ ਹੈ ਆਈ ਵਿਲ ਟੇਕ ਇਟ ਬੈਕ ਟੂ ਦ ਬੋਰਡ। ਥੈਂਕ ਯੂ ਵੀਰ ਜੀ, ਬਹੁਤ ਬਹੁਤ ਮਿਹਰਬਾਨੀ।